जी नाजरीन, मैं हूं आपका मेज़बान मियां शेर मोहम्मद सरगर। आप देख रहे हैं प्रोग्राम अवाम की आवाज़। आज का प्रोग्राम ज़िला शेखपुरा के इलाका मानावाला में है, जो एक अफसोसनाक वाक़या पेश आया। 4 बच्चों की मां ने पहले एक नौजवान को अपने जाल में फंसाया, फिर उसके साथ मिलकर अपने शौहर को कत्ल कर दिया और उसकी लाश को नहर में बहा दिया। मानावाला के मोहल्ला ग्रीन टाउन का रहायशी मेहनत कश मोहम्मद नवाज़ डोल मास्टर पहले तो गुज़िश्ता रोज़ मानावाला में थाना में एक FIR दर्ज हुई। उसमें लिखा गया कि मोहम्मद नवाज़ जो घर से 1,10,000 रुपये लेकर मानावाला के नवाही गांव नारा में गायें खरीदने के लिए गया, लेकिन वापस ना आया, जिस पर थाना मानावाला पुलिस ने अगवा का मुकदमा दर्ज कर दिया। जब थाना मानावाला पुलिस के SHO मेहराब नवाज लक ने तफ्तीश का आगाज़ किया तो पता चला मकतूल मोहम्मद नवाज़ का कत्ल हो गया है और इसे नहर में बहा दिया गया है। मोहम्मद नवाज़ की लाश जरावाला के करीबी एक नहर से मिली, जिसको वहां की पुलिस ने लावारिस करके दफन कर दिया। जब मोहम्मद नवाज़ के लवाहिकीन को और थाना मानावाला पुलिस को पता चला तो थाना मानावाला पुलिस और मोहम्मद नवाज़ के लवाहिकीन मौका पर पहुंच गए, जिस पर थाना मानावाला पुलिस ने तफ्तीश का आगाज़ किया तो पता चला उसका कातिल और कोई नहीं, उसकी बीवी ही निकली और साथ उसका आशियाना नदीम कंबो है, जिस पर पुलिस ने दोनों मुल्ज़मान को मौका पर ही गिरफ़्तार कर लिया और मुल्ज़मान ने अपना जुर्म कबूल कर लिया। जो गिरफ़्तार मुल्ज़मा परवीन है, इसने जुर्म कबूल कर दिया है। आए सुनते हैं इसी की ज़बान। अच्छा, कितने बच्चे ने ਤੁਹਾਡੇ? जी 4 बच्चे ने। अच्छा, ਇਹ ਦੱਸੋ ਤੁਸੀਂ ਕਿ ਕਦੋਂ ਤੋਂ ਲੜਾਈ ਝਗੜਾ ਚੱਲ ਰਿਹਾ ਸੀ ਮੀਆਂ ਬੀਵੀ ਦਾ? ਸ਼ੁਰੂ ਤੋਂ ਚੱਲ ਰਿਹਾ ਸੀ 1 ਸਾਲ ਤੋਂ ਬਾਅਦ। ਜੀ 1 ਸਾਲ ਤੋਂ ਬਾਅਦ ਸਟਾਰਟ ਸੀ ਲੜਾਈ ਝਗੜਾ। ਅੱਛਾ, ਕਿਸ ਗੱਲ ਤੋਂ ਝਗੜਾ ਹੁੰਦਾ ਸੀ ਜ਼ਿਆਦਾ? ਮਾਂ ਪਿਓ ਦੇ ਆਣ ਜਾਣ ਮਾਂ ਪਿਓ ਦੇ ਆਣੇ ਜਾਣੇ ਤੋਂ, ਭੈਣ ਭਰਾਵਾਂ ਨੂੰ ਮਿਲਣ ਤੋਂ। ਅੱਛਾ, ਤੇ ਸਾਨੂੰ ਪਤਾ ਲੱਗਿਆ ਤੁਸੀਂ ਵੀ ਉਹਦੇ ਨਾਲ ਝਗੜਾ ਕਰਦੇ ਹੋ, ਤੁਸੀਂ ਵੀ ਉਹਦੇ ਨਾਲ ਲੜਾਈ ਬਹੁਤ ਜ਼ਿਆਦਾ ਕਰਦੇ ਸੀ ਉਹਦੇ ਨਾਲ। ਸਾਡੀ ਦੋ ਤਰਫੀ ਲੜਾਈ ਹੁੰਦੀ ਜਦੋਂ ਸ਼ੁਰੂ ਹੋ ਜਾਂਦੀ ਹੈ। ਅੱਛਾ, ਦੋ ਤਰਫਾ ਲੜਾਈ ਹੁੰਦੀ ਹੈ। ਬੱਚੇ ਕਿੰਨੇ ਨੇ ਤੁਹਾਡੇ? 4 ਕੀ ਉਮਰਾਂ ਨੇ ਉਹਨਾਂ ਦੀਆਂ? 21 ਸਾਲ 15 ਸਾਲ 14 ਸਾਲ 11 ਸਾਲ। ਅੱਛਾ, 21 ਸਾਲ। ਹੁਣ ਇਸ ਕੇਸ ਦਾ ਜਿਹੜਾ ਮੁਦਈ ਹੈ ਉਹ ਤੁਹਾਡਾ ਪੁੱਤਰ ਹੀ ਹੈ? ਹਾਂਜੀ। ਅੱਛਾ, ਤੇ ਇਹ ਨਵੀਦ ਨਾਮੀ ਲੜਕਾ ਵੇ, ਇਹਨੂੰ ਕਿੰਨੇ ਅਰਸੇ ਤੋਂ ਤੁਸੀਂ ਜਾਣਦੇ ਹੋ? ਇਹਨੂੰ 3 ਸਾਲ ਤੋਂ ਜਾਣਦੇ। ਕਿੱਥੇ ਮੁਲਾਕਾਤ ਹੋਈ ਸੀ, ਕਿਸ ਤਰ੍ਹਾਂ ਗੱਲਬਾਤ ਸ਼ੁਰੂਆਤ ਹੋਈ? ਇੱਥੇ ਮਨ ਨਾਲ ਹੀ ਮੁਲਾਕਾਤ ਹੋਈ ਸੀ, ਫੋਨ ਤੇ ਗੱਲਬਾਤ ਹੋਈ ਸੀ। ਜੀ ਫੋਨ ਤੇ ਗੱਲ ਹੋਈ ਸੀ। ਗੱਲ ਦੱਸੋ, ਵਾਕਈ ਤੁਹਾਡੇ ਨਾਲ ਗਲਤ ਤਾਲੁਕਾਤ ਸਨ? ਹਾਂਜੀ ਹੈ ਸਰ। ਜੀ ਹੈ ਸੀ। ਗਲਤ ਤਾਲੁਕਾਤ ਸਨ ਤੁਹਾਡੇ? ਤੇ 22 ਸਾਲ ਤੋਂ ਤੁਹਾਡੀ ਸ਼ਾਦੀ ਸੀ, 4 ਸਾਲ ਉਸ 3 ਸਾਲ ਤੁਸੀਂ ਦੱਸ ਰਹੇ ਹੋ ਨਵੀਦ ਨਾਮੀ ਮੁੰਡੇ ਨਾਲ ਤੁਹਾਡੇ ਮਾਮਲਾ ਚੱਲੇ ਨੇ, ਤੇ ਤੁਸੀਂ ਇਸ ਹੱਦ ਤੱਕ ਪਹੁੰਚ ਕੇ ਤੁਸੀਂ ਆਪਣੇ ਸ਼ੋਹਰ ਨੂੰ ਖਤਮ ਕਰ ਦਿੱਤਾ। ਇਹ ਮਨਵੀਰ ਦੀ ਵਜ੍ਹਾ ਸਾਹਿਬ ਜੀ ਨਹੀਂ ਮਾਰਿਆ ਜੀ ਮੈਂ ਕਿਹਾ ਮਨਵੀਰ ਦੀ ਵਜ੍ਹਾ ਤੋਂ ਨਹੀਂ ਮਾਰਿਆ ਉਹਨੂੰ। ਅੱਛਾ, ਇਹ ਸਿਰਫ ਜਿਹੜਾ ਸਾਨੂੰ ਤੰਗ ਮਾਰਦਾ ਸੀ, ਮੈਨੂੰ ਮਾਰਦਾ ਸੀ, ਮੇਰੇ ਬੱਚਿਆਂ ਨੇ ਮਾਰਦਾ ਫਿੱਟਦਾ ਸੀ, ਨਹੀਂ ਸੀ ਭੈਣਾਂ ਭਰਾਵਾਂ ਨੂੰ ਮਿਲਣ ਦਿੰਦਾ, ਨਹੀਂ ਸੀ ਆਣ ਜਾਣ ਦਿੰਦਾ, ਜਾਂ ਆਪ ਦਵਾਈਆਂ ਗੰਦੀਆਂ ਮੈਡੀਸਨ ਇਸਤੇਮਾਲ ਕਰਦਾ ਸੀ ਮੇਰੇ ਨਾਲ। ਬੱਚੀ ਜਵਾਨ ਸੀ, ਉਹਨੂੰ ਪਤਾ ਸੀ ਇਸ ਗੱਲ ਦਾ, ਬੱਚੇ ਨੂੰ ਵੀ ਪਤਾ ਸੀ, ਉਹਦੇ ਨਾਨਕਿਆਂ ਨੂੰ ਵੀ ਪਤਾ ਸੀ, ਸਾਰੀ ਗੱਲ ਮੈਂ ਦੱਸੀ ਸੀ। ਮੈਂ ਕਿਹਾ ਇੰਝ ਕਰਦਾ ਇਹਨੂੰ। ਨਹੀਂ ਗਲਤ ਦਵਾਈਆਂ ਖਾਂਦਾ ਸੀ ਤੁਹਾਡਾ ਮੀਆਂ ਸ਼ੋਰ ਮੇਰਾ। ਹਾਂਜੀ, ਅੱਛਾ, ਸਾਰਿਆਂ ਨੂੰ ਦੱਸੀ ਇਹ ਗੱਲ ਕਿ ਤੁਸੀਂ ਇਹਦੇ ਨਾਲ ਗੱਲ ਕਰੋ, ਕੋਈ ਨਹੀਂ ਸੀ ਕਰਦਾ। ਅੱਛਾ, ਉਹ ਆਪਣੀ ਮਰਜ਼ੀ ਕਰਦਾ ਸੀ, ਉਹਨੂੰ ਸੀ ਮੈਂ ਆਪਣੀ ਮਰਜ਼ੀ ਕਰਨੀ। ਠੀਕ। ਤੇ ਇਹ ਵਜ੍ਹਾ ਹੈ ਸਿਰਫ ਉਹਨੂੰ ਕਤਲ ਕਰਨ ਦੀ? ਹਾਂਜੀ, ਬਸ ਇਹੀ ਵਜ੍ਹਾ ਸੀ। ਨਹੀਂ ਤੇ ਫਿਰ ਉਸ ਦੇ ਬਾਵਜੂਦ, ਤੁਹਾਡੀ ਸ਼ਾਦੀ ਦੇ ਬਾਵਜੂਦ, ਕਿਸੇ ਦੇ ਨਿਕਾਹ ਦੇ ਬਾਵਜੂਦ ਤੁਸੀਂ ਫਿਰ ਇੱਕ ਜਵਾਨ ਮੁੰਡੇ ਨਾਲ ਕਿਉਂ ਮਾਮਲਾਤ ਬਣਾ ਲਿਆ ਆਪਣੇ? ਇਹ ਹੋਈ ਨਾ ਮੇਰੇ। ਇਹ ਕਦੋਂ ਤੁਸੀਂ ਪੂਰਾ ਪਲਾਨ ਬਣਾ ਲਿਆ ਸੀ ਕਿ ਤੁਸੀਂ ਹੁਣ ਆਪਣੇ ਖਾਵੰਦ ਨੂੰ ਮਾਰ ਦੇਣਾ? ਜਦੋਂ ਸਾਹਿਬ ਜੀ ਮੇਰੇ ਨਾਲ ਜ਼ਿਆਦਾ ਮੈਨੂੰ ਜ਼ਿਆਦਤੀ ਕਰਦਾ ਸੀ ਜਾਂ ਮੇਰੇ ਨਾਲ ਜ਼ਿਆਦਾ ਤਸ਼ੱਦਦ ਕਰਦਾ ਸੀ, ਉਦੋਂ ਮੇਰਾ ਦਿਨ ਖਰਾਬ ਹੋ ਜਾਂਦਾ ਸੀ। ਅੱਛਾ, ਇਹ ਸਾਰੀਆਂ ਗੱਲਾਂ ਫਿਰ ਤੁਸੀਂ ਕਿਹਨੂੰ ਦੱਸਦੇ ਸੋ? ਮੈਂ ਕਿਸੇ ਨੂੰ ਨਹੀਂ ਸੀ ਦੱਸਦੀ, ਕੁਛ ਮੇਰੇ ਦਿਨ ਚ ਨਹੀਂ ਸੀ, ਕੁਛ ਮੈਂ ਨਵੀਦ ਨੂੰ ਦੱਸਦੀ ਸੀ, ਕੁਛ ਮੈਂ ਇਹਦੇ ਤੋਂ ਹੀ ਛੁਪਾਉਂਦੀ ਸੀ। ਨਵੀਦ ਨੂੰ? ਹਾਂਜੀ, ਸਾਰੀਆਂ ਨਹੀਂ ਸੀ ਦੱਸਦੀ। ਅੱਛਾ, ਤੇ ਤੁਹਾਡਾ ਫਿਰ ਕਿਸ ਤਰ੍ਹਾਂ ਨਵੀਦ ਦੇ ਨਾਲ ਪਲਾਨ ਬਣ ਗਿਆ ਕਿ ਉਹਨਾਂ ਨੂੰ ਰਸਤੇ ਤੋਂ ਉਠਾ ਦੇਣਾ ਤੁਸੀਂ ਆਪਣੇ ਸ਼ੋਹਰ ਨੂੰ? ਅੱਜ ਉਹਨੇ ਨਾ ਇੱਕ ਤਾਂ ਗਲਤ ਰਸਤਾ ਇਖਤਿਆਰ ਕਰ
ਦਵਾਈ ਮੈਡੀਸਨ ਖਾ ਲੈਂਦਾ ਸੀ, ਜੋ ਵੀ ਕਰਦਾ ਸੀ ਨਾ ਉਹ ਉਹਦੇ ਨਾਲ ਗਲਤ ਰਸਤੇ ਕਰਦਾ ਸੀ। ਤੁਸੀਂ ਸਮਝਦੇ ਹੀ ਹੋ। ਅੱਲਾ ਰਹਿਮ ਕਰੇ। ਅਸੀਂ ਇਹ ਕਹਾਂਗੇ ਕਿ ਉਹ ਤੇ ਹੁਣ ਦੁਨੀਆ 'ਚ ਨਹੀਂ ਰਿਹਾ, ਉਹ ਤੁਸੀਂ ਆਪਣੀ ਸਫਾਈ ਦੇਣ ਵਾਸਤੇ ਤੁਸੀਂ ਉਹਦੇ ਤੇ ਜੋ ਮਰਜ਼ੀ ਇਲਜ਼ਾਮ ਲਾਓ। ਵੇਖੋ ਗਲਤ ਮਾਮਲਾ ਤੇ ਤੁਸੀਂ ਚਲਾਏ ਸਨ ਨਾ, ਮੈਂ ਚਲਾਇਆ ਉਹਦੇ ਆਨਸਰ ਕਿਸੇ ਹੋਰ ਨਾਲ ਗਲਤ ਮਾਮਲਾ ਇਸ ਤਰ੍ਹਾਂ ਦੇ ਨਹੀਂ ਸੀ ਨਾ। ਹਾਂਜੀ, ਇਹ ਤਾਂ ਹੁਣ ਉਹਦੇ ਤੇ ਡਿਪੈਂਡ ਹੈ ਨਾ। ਨਹੀਂ ਤਾਂ ਉਹਦੇ ਤੇ ਜਦੋਂ ਚਲੋ ਸਾਡੇ ਨਾਲ ਉਹਦੇ ਲੜਦਾ ਸੀ, ਉਹ ਤੇ ਦੁਨੀਆ 'ਚ ਨਹੀਂ ਹੈ। ਜਦੋਂ ਸਾਡੇ ਨਾਲ ਲੜਦਾ ਸੀ, ਝਗੜਦਾ ਸੀ, ਸਾਰਾ ਕੁਝ ਕਰਦਾ ਸੀ, ਅਸੀਂ ਉਹਨੂੰ ਚੰਗੇ ਨਹੀਂ ਸੀ ਲੱਗਦੇ, ਫਿਰ ਸਾਰੀ ਗੱਲ ਉਹ ਤਾਂ ਬਾਹਰ ਕਿਸੇ ਨਾਲ ਤੱਲਾ ਗਿਆ ਸੀ ਤੇ ਸਾਡੇ ਨਾਲ ਹੀ ਕਰਦਾ ਸੀ। ਉਹੀ ਤਾਂ ਗੱਲ ਕਰ ਰਿਹਾ। ਤੇ ਫਿਰ ਇਹਦਾ ਮਤਲਬ ਇਹ ਤੇ ਨਹੀਂ ਕਿ ਤੁਸੀਂ ਕਿਸੇ ਹੋਰ ਨਾਲ ਆਪਣੇ ਬੇਟੇ ਦੀ ਤੁਸੀਂ ਆ ਕੇ ਲਿਆਣਾ ਤੇ ਬਾਹਰ ਜਾ ਕੇ ਦੂਸਰੀਆਂ ਔਰਤਾਂ ਨੂੰ ਦੇਣਾ ਆਪਣੇ ਘਰ ਜਾਂ ਆਪਣੇ ਬੱਚਿਆਂ ਵਾਸਤੇ ਕੋਈ ਸ਼ੈ ਨਹੀਂ। ਤੁਸੀਂ ਆਪਣੇ ਬੇਟੇ ਨਾਲ ਹੀ ਗਲਤ ਮਾਮਲਾ, ਬੇਟੇ ਦੀ ਉਮਰ ਦੇ ਜੋ ਮੁੰਡੇ ਨਾਲ ਹੀ ਗਲਤ ਸਾਰੇ ਮਾਮਲਾ ਚਲਾ ਲਏ, ਉਹ ਸਹੀ ਸੀ। ਲੇਕਿਨ ਸਰ ਜੀ ਮੈਂ ਨਹੀਂ ਚਲਾਇਆ ਹੈ, ਇਹ ਨਵੀਦ ਨੇ ਫੋਨ ਕੀਤਾ ਸੀ, ਉਹਦੀ ਵਜ੍ਹਾ ਤੋਂ ਚੱਲੇ ਨੇ, ਫਿਰ ਚਲਦੇ ਆਗਾ ਵੜ ਗਿਆ ਕੰਮ। ਨਹੀਂ 3-4 ਸਾਲ ਤੱਕ ਚੱਲਦਾ ਰਿਹਾ ਫਿਰ ਮਾਮਲਾ। ਤੁਹਾਡੇ ਬੇਟੇ ਨੂੰ ਪਤਾ ਸੀ ਬੇਟਾ ਮੁੰਡਾ ਘਰ ਆਉਂਦਾ? ਨਹੀਂ। ਉਹਨੇ ਦੱਸਿਆ ਪੁਲਿਸ ਨੂੰ ਕਿ ਮੈਨੂੰ ਪਤਾ ਸੀ ਨਵੀਦ ਆਉਂਦਾ ਘਰ ਸਾਡੇ? ਨਹੀਂ, ਇਸ ਗੱਲ ਦਾ ਉਹਨੂੰ ਕੋਈ ਪਤਾ। ਅੱਛਾ, ਤੇ ਫਿਰ ਇਹ ਖਤਮ ਕਰਨ ਦਾ ਪਲਾਨ ਕਿਸ ਤਰ੍ਹਾਂ ਬਣਾਇਆ ਜੀ? ਖਤਮ ਕਰਨ ਦਾ ਪਲਾਨ ਜਦੋਂ ਮੇਰੇ ਨਾਲ ਜ਼ਿਆਦਾ ਜ਼ਿਆਦਤੀ ਕਰਦਾ ਸੀ, ਉਦੋਂ ਫਿਰ ਮੈਂ ਜ਼ਿਆਦਾ ਪਰੇਸ਼ਾਨ ਜਦੋਂ ਹੋਈ ਹਾਂ, ਬਹੁਤੀ ਆਵਾਜ਼ਾਰੀ ਬਣੀ ਹੈ, ਉਦੋਂ ਫਿਰ ਇਹ ਪਲਾਨ ਮੈਂ ਬਣਾਇਆ ਸੀ ਕਿ ਮੈਂ ਇਹਨੂੰ ਨਹੀਂ ਰੱਖਣਾ ਹੈ। ਤੁਸੀਂ ਸੋਚਿਆ ਸੀ ਇਹਨੂੰ ਨਹੀਂ ਰੱਖਣਾ? ਤੁਸੀਂ ਜੋ ਕਰ ਰਹੇ ਸੋ ਠੀਕ ਕਰ ਰਹੇ ਸੋ? ਮੇਰੀ ਮਜਬੂਰੀ ਸੀ। ਨਹੀਂ, ਕਿਸੇ ਜਵਾਨ ਮੁੰਡੇ ਨਾਲ ਗਲਤ ਤਾਲੁਕਾਤ ਬਣਾਉਣਾ ਮਜਬੂਰੀ ਸੀ ਤੁਹਾਡੀ? ਹਾਂਜੀ, ਮੇਰੀ ਮਜਬੂਰੀ ਸੀ, ਕਿਸ ਕਿਉਂਕਿ ਗੱਲ ਦੀ? ਮੇਰਾ ਬੇਟਾ ਵੀ ਮੇਰੀ ਗੱਲ ਨਹੀਂ ਸੀ ਮੰਨਦਾ, ਮੇਰਾ ਸ਼ੌਹਰ ਵੀ ਮੇਰੀ ਗੱਲ ਨਹੀਂ ਸੀ ਮੰਨਦਾ। ਮਜਬੂਰੀ ਕੀ ਸੀ ਫਿਰ? ਮਜਬੂਰੀ ਫਿਰ ਅਸੀਂ ਵੀ ਤਾਂ ਕਿਧਰੋਂ ਖਾਣਾ ਸੀ ਨਾ, ਮੈਂ ਆਪਣੇ ਬੱਚਿਆਂ ਛੋਟਿਆਂ ਨੂੰ ਤੁਸੀਂ ਪੈਸੇ ਵਾਸਤੇ ਇਹ ਕੰਮ ਕਰਦੇ ਸੋ? ਸਾਰੀ ਗੱਲ ਜਦੋਂ ਹਰ ਚੀਜ਼ ਲਿਆ ਕੇ ਦਿੰਦਾ ਸੀ ਤੇ ਫਿਰ ਉਹਨੇ ਆਪਣਾ ਵੀ ਤਾਂ ਕੰਮ ਕਰਨਾ ਸੀ, ਇੰਜ ਤੇ ਨਹੀਂ ਨਾ ਕੋਈ ਦਿੰਦਾ। ਕਿਸ ਤਰ੍ਹਾਂ ਖਤਮ ਕੀਤਾ? ਵੀ ਜਿੰਜ ਅੱਗੇ ਦੱਸਿਆ ਉਂਝ ਹੀ ਪਲਾਨ ਕੀਤਾ। ਕੀ ਸੀ? ਦਵਾਈ ਖਵਾ ਦਿੱਤੀ ਉਹਨੂੰ, ਦਵਾਈ ਖਵਾ ਕੇ ਨਹਿਰ ਤੇ ਲੈਣ। ਕਿਸ ਚੀਜ਼ ਦੀ ਦਵਾਈ ਖਵਾਈ ਸੀ? ਨਸ਼ੇ ਦੀ। ਬੇਹੋਸ਼ੀ ਦੀ? ਹਾਂਜੀ। ਅੱਛਾ, ਫਿਰ ਉਸ ਤੋਂ ਬਾਅਦ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ। ਮੋਟਰਸਾਈਕਲ ਤੇ ਕੌਣ ਸੀ ਜਿਹਨੇ ਬਿਠਾਇਆ? ਮੈਂ ਤੇ ਨਵੀਦ ਸੀ। ਨਵੀਦ ਮੋਟਰਸਾਈਕਲ ਚਲਾ ਰਿਹਾ ਸੀ? ਹਾਂਜੀ। ਤੇ ਉਹਨੂੰ ਕਿਸ ਤਰ੍ਹਾਂ ਬਿਠਾਇਆ ਜੀ ਪਿੱਛੇ ਮੋਟਰਸਾਈਕਲ ਤੇ? ਉਹਨੂੰ ਉਠਾ ਲਿਆ ਸੀ, ਉੱਠ ਗਿਆ ਸੀ ਉਹ। ਹੋਸ਼ੀ ਸੀ ਉਹ? ਨਹੀਂ, ਜ਼ੇਨ ਮਤਲਬ ਨਹੀਂ ਸੀ ਉਹਦਾ, ਹੈ ਕੰਮ ਕਰਦਾ, ਲੇਕਿਨ ਤੇ ਨਵੀਦ ਤੁਹਾਡੀ ਐਡੀ ਵੱਡੀ ਗੱਲ ਕਿਉਂ ਮੰਨ ਗਿਆ ਇਸ ਤਰੀਕੇ ਨਾਲ? ਉਹਨੂੰ ਕੀ ਕਿਹਾ ਸਾਜੇ? ਕੁਛ ਨਹੀਂ, ਉਹਨੂੰ ਮੈਂ ਜੋ ਤੁਹਾਨੂੰ ਦੱਸਿਆ ਉਹ ਹੀ ਕਿਹਾ ਸੀ। ਮੈਨੂੰ ਅੱਛਾ। ਤੰਗ ਕਰਦਾ ਤੇ ਇਹਨੂੰ ਨਹੀਂ ਰੱਖਣਾ ਹੈ। ਤੇ ਤੁਹਾਡੀ ਹਰ ਗੱਲ ਕਤਲ ਤੱਕ ਖਤਮ ਕਰਨਾ ਵੀ ਮੰਨ ਗਿਆ ਸੀ ਕਿ ਕੌਣ ਮੰਨ ਕਤਲ? ਗਿਆ ਸੀ। ਅੱਛਾ, ਫਿਰ ਲੈ ਕੇ ਉਹਨੂੰ ਮੋਟਰਸਾਈਕਲ ਤੇ ਬਿਠਾ ਲਈ? ਹਾਂਜੀ, ਫਿਰ ਉਹਨੂੰ ਨਹਿਰ 'ਚ ਜਾ ਕੇ ਧੱਕਾ ਦੇ ਦਿੱਤਾ। ਨਹਿਰ 'ਚ? ਹਾਂਜੀ। ਉਸ ਤੋਂ ਬਾਅਦ ਘਰ ਆ। ਤੇ ਨਵੀਦ ਫਿਰ ਕਿੱਥੇ ਰਿਹਾ ਉਸ ਰਾਤ? ਨਵੀਦ ਸਾਡੇ ਘਰ ही रहा उस बाद। अब नाज़रीन, आपने इस मुलज़मा परवीन की गुफ्तगू सुनी है जो अपना जुर्म कबूल कर रही है। ये बहुत ही अफसोसनाक वाक़या पेश आया है मानावाला में, जो कि मकतूल की बीवी ही उसकी कातिल निकली। पर मानावाला के शहरियों ने और लवाकिन ने DPO शेखपुरा से अपील की है कि इस मुलज़मान के ख़िलाफ़ सख्त से सख्त कानूनी कार्रवाई की जाए। ये आपने मुकम्मल हमारे प्रोग्राम में गुफ्तगू देखी और सुनी भी है। तो फिर मिलेंगे एक नए प्रोग्राम में, तब तक के लिए अपने मेज़बान शेर मोहम्मद ज़रगर को दे इजाज़त। अल्लाह हाफिज़।